वाहिगुरू जी का खालसा श्री वाहिगुरू जी की फतेह। अज असी 5वें संगरूर हैरीटेज फैसटिवल के महात्म से जुड़ रहे हैं और ये जिहड़ा विशेष सैशन है ये गुरु नानक पातशाह के 550वें प्रकाश उत्सव नूं समर्पित है। मेरे तो पहला अश्विनी कुमार जी, उन्होंने तो बाद डायरैक्टर ऑफ द कॉलेज बीबी हरजीत कौर जी वो बोल रहे सन। मैनू लगभग 1 महीना पहला CBS साहब ने ये आग्ञा की सी कि 30 तारीख नूं तुसीं कॉलेज के विहड़े च आउणा और गुरु नानक साहब की अजमत बारे आपां सारिਆਂ ने कुछ गल्लां करनियां ने। तो मैं उन्हां दी हुक्म अनुसार तुहाडे सामने हाजिर हाँ। बहुत सारे अदीब, बहुत सारे दोस्त, कॉलेज के फैकल्टी मैंबर्स और बच्चे इस इकट्ठ विच जुड़े ने ते बड़ा नेक सबब है। गुरु साहब दे 10वें पातशाह हजूर दे एक सरफराज शायर सन भाई नंद लाल जी हुआ। उन्हां दी एक बड़ी लंबी नज़म है फारसी दी, जिंदगी नामा। जदों उन्होंने नज़म लिख के 10वें पातशाह अगे परोसी पढ़ के सुनाई ते उन्होंने कोई ना होर रखिया सी ते गुरु साहब ने सारी नज़म नूं पढ़न तो बाद अपने हथ नाल उस ते लिख दिता सी कि इसका नाम जिंदगी नामा कर दिओ, ये जिंदगी का रस्ता दसती है। सो अज दे सबब नूं मैं उस नज़म का सहारा लैके सजदा करके आपां गल शुरू करते हैं। भाई नंद लाल जी फरमाउंदे ने, सोहबते नेकान गर बाशिद नसीब, सोहबते नेकान गर बाशिद नसीब, दौलते जावीद यादी ए हबीब। सोहबते नेकान, जे नेक बंदियां दी सोहबत दा कोई सबब बन जावे, सोहबते नेकान गर बाशिद नसीब, जे वो नसीब हो जाता तुहानू तो ये सबब जिहड़ा है वो एडा वड्डा कि दौलते जावीद यादी ए हबीब। जावीद हुंदे ने 2 जहान, 2 जहान दियां दौलतां नूं प्राप्त करन जिन्नी खुशी ते सैटिस्फैक्शन तुहानू हुंदी है। तो मैं समझदा वो सबब साडा बनिया ते मैं खुश नसीब हाँ कि तुहानू संबोधन हो रहा और गुरु नानक पातशाह दी 550वीं जिहड़ा प्रकाश उत्सव है उस दे सबब नाल ते दूरा सबब है हैरीटेज फैसटिवल 5वां। जिस वेड़े च आपां बैठे हैं वो अकाल डिग्री कॉलेज फॉर वुमेन। तिन्ने ही चीज़ां नूं जे अलग अलग करके देखिए, मेरा ख्याल है अकाल दे नाल जुड़ी हुई ये पहली संस्था है। और फिर विमेन डिग्री कॉलेज तो होर बड़े हैं, अकाल ते विमेन ये चीज़ां दोवें बहुत वड्डियां ने। इसलिए उस संस्था विच
ਬੱਚਿਆਂ ਨੂੰ ਜਾਂ ਫੈਕਲਟੀ ਨੂੰ ਜਾਂ ਹੋਰ ਮੁਅੱਜ਼ਿਜ਼ੀਨ ਜੋ ਇੱਥੇ ਮੌਜੂਦ ਨੇ ਉਹਨਾਂ ਨੂੰ ਸੰਬੋਧਨ ਕਰਨਾ, ਉਹਨਾਂ ਦੇ ਨਾਲ ਗੱਲਾਂ ਕਰਨੀਆਂ, ਮੈਂ ਮਹਿਸੂਸ ਕਰਦਾ ਉਹਨਾਂ ਦੀ ਉਹ ਨਜ਼ਮ ਦਾ ਇੱਕ ਹੋਰ ਬੜਾ ਪਿਆਰਾ ਸ਼ੇਰ ਹੈ। ਉਹ ਇਸ ਮਾਹੌਲ ਨੂੰ, ਕਾਲਜ ਨੂੰ, ਅਕਾਲ ਡਿਗਰੀ ਕਾਲਜ ਨੂੰ ਸਜਦੇ ਦੇ ਰੂਪ ਵਿੱਚ ਮੈਂ ਇਹ ਦੋ ਲਾਈਨਾਂ ਪ੍ਰਸਤੁਤ ਕਰ ਰਿਹਾ। ਭਾਈ ਨੰਦ ਲਾਲ ਜੀ ਫਰਮਾਉਂਦੇ ਨੇ, ਬੇਅਦਬ ਈਜ਼ਾਂ ਅਦਬ ਆਮੋਜ਼ ਸ਼ੁੱਧ। ਮਾਹੌਲ ਨੂੰ ਸਜਦਾ, ਬੇਅਦਬ ਈਜ਼ਾਂ ਅਦਬ ਆਮੋਜ਼ ਸ਼ੁੱਧ, ਈ ਚਰਾਗੇ ਗੁਲ ਜਹਾਂ ਅਫਰੋਜ਼ ਸ਼ੁੱਧ। ਅਸੀਂ ਐਸੇ ਅਦਬੀ ਅਦਾਰੇ ਵਿੱਚ ਆਏ ਹਾਂ ਜਿੱਥੇ ਬੇਅਦਬ ਲੋਕ ਵੀ ਅਦਬ ਨਾਲ ਵਿਚਰਨ ਦੀ ਜ਼ਹਿਮਤ ਉਠਾਉਂਦੇ ਹਨ। ਅਸੀਂ ਅਜਿਹੇ ਤਾਲੀਮੀ ਅਦਾਰੇ ਵਿੱਚ ਆਏ ਹਾਂ ਜਿੱਥੇ ਬੁਝੇ ਹੋਏ ਚਿਰਾਗ ਜਿਹੜੇ ਨੇ ਉਹ ਵੀ ਆਪਣੇ ਆਪ ਜਲ ਪੈਂਦੇ ਨੇ। ਬੇਚਰਾਗੇ ਗੁਲ ਜਹਾਂ ਅਫਰੋਜ਼ ਸ਼ੁੱਧ, ਆਪਣੇ ਆਪ ਜਗ ਪੈਂਦੇ ਨੇ। ਜਦੋਂ ਗੁਰੂ ਨਾਨਕ ਪਾਤਸ਼ਾਹ ਦਾ ਆਗਮਨ ਇਸ ਸੰਸਾਰ ਵਿੱਚ ਹੁੰਦਾ ਹੈ, ਉਹ ਬੜਾ ਤਾਰੀਕ ਦੌਰ ਸੀ, ਬਹੁਤ ਮਾੜਾ ਸਮਾਂ ਸੀਗਾ। ਇਸੇ ਕਰਕੇ ਭਾਈ ਗੁਰਦਾਸ ਹੋਰਾਂ ਨੇ ਕਿਹਾ, ਕੱਲ ਤਾਰਨ ਗੁਰੂ ਨਾਨਕ ਆਇਆ। ਕੱਲ ਦਾ ਮਤਲਬ ਹੈਗਾ ਤਾਰੀਕ ਦੌਰ, ਡਾਰਕ ਏਜ। ਗੁਰੂ ਨਾਨਕ ਸਾਹਿਬ ਇਸ ਸੰਸਾਰ ਵਿੱਚ ਉਸ ਵੇਲੇ ਆਏ ਜਦੋਂ ਸਮਾਂ ਬਹੁਤ ਭਿਆਨਕ ਸੀ। ਉਸ ਵੇਲੇ ਗੁਰੂ ਨਾਨਕ ਸਾਹਿਬ ਦਾ ਆਗਮਨ ਹੁੰਦਾ ਹੈ। ਗੁਰੂ ਮਹਾਰਾਜ ਦਾ ਇੱਕ ਸ਼ਬਦ ਹੈ, 100 ਉਲਾਂਬੇ ਦਿਨੇ ਕੇ ਰਾਤੀ ਮਿਲਨ ਸੁਹੰਸ, ਸਿਫਤ ਸਲਾਹਨ ਛੱਡ ਕੇ ਕੁਰੰਗੀ ਲੱਗਾ ਹੰਸ। ਗੁਰੂ ਨਾਨਕ ਪਾਤਸ਼ਾਹ। ਇੱਕ ਖੂਬਸੂਰਤ ਗੱਲ ਇਹ ਹੈ ਕਿ ਜਦੋਂ ਗੁਰੂ ਮਹਾਰਾਜ ਕੋਈ ਸ਼ਲੋਕ ਬਿਆਨ ਕਰਦੇ ਨੇ ਤਾਂ ਉਸ ਦੇ ਪਿੱਛੇ ਬਹੁਤ ਵੱਡਾ ਇਤਿਹਾਸ ਹੁੰਦਾ ਹੈ, ਬਹੁਤ ਵੱਡਾ ਨੈਰੇਟਿਵ ਹੁੰਦਾ ਹੈ, ਲੇਕਿਨ ਉਹ ਕੁੰਜੀਵਤ ਕਰ ਦਿੰਦੇ ਨੇ ਦੋ ਸ਼ਬਦਾਂ ਦੇ ਵਿੱਚ। ਮੈਂ ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਬਹੁਤ ਸਾਰੇ ਟੀਕੇ ਹਨ ਅਤੇ ਮੈਂ ਸੰਤੋਖੀ ਗਲੀ ਵਾਲੇ ਸੰਤਾਂ ਦਾ ਜਿਹੜਾ ਟੀਕਾ ਹੈ ਉਸ ਦਾ ਅਧਿਐਨ ਕਰ ਰਿਹਾ ਸੀ। ਜਦੋਂ ਇਸ ਸ਼ਬਦ ਔਰ ਸ਼ਲੋਕ ਦਾ ਅਧਿਐਨ ਕਰ ਰਿਹਾ ਸੀ ਤਾਂ ਉਸ ਦੇ ਵਿੱਚ ਇੱਕ ਸਾਖੀ ਦਿੱਤੀ ਹੋਈ ਸੀ। ਉਹ ਸਾਖੀ ਬੜੀ ਦਿਲਚਸਪ ਹੈ ਕਿ ਇਹ ਉਚਾਰਨ ਜਿਹੜਾ ਹੈਗਾ ਸ਼ਲੋਕ ਦਾ ਗੁਰੂ ਨਾਨਕ ਪਾਤਸ਼ਾਹ ਨੇ ਕਿਸ ਸੰਦਰਭ ਵਿੱਚ, ਕਿਸ ਕੌਂਟੈਕਸਟ 'ਚ ਕੀਤਾ। 100 ਉਲਾਂਬੇ ਦਿਨੇ ਕੇ ਰਾਤੀ ਮਿਲਨ ਸੁਹੰਸ, ਸਿਫਤ ਸਲਾਹਨ ਛੱਡ ਕੇ ਕੁਰੰਗੀ ਲੱਗਾ ਹੰਸ। ਇਹ ਸਮੱਸਿਆ ਸਾਡੇ ਸਾਹਮਣੇ। ਇਹ ਕੀ ਹੋ ਗਿਆ? ਹੰਸ ਜਿਹੜਾ ਅਕਸਰ ਮਾਨਸਰੋਵਰ ਝੀਲ ਦੇ ਆਲੇ ਦੁਆਲੇ ਮਿਲਦਾ ਹੈ ਪੰਛੀ, ਅਤੇ ਜਿਹੜਾ ਸੁੱਚੇ ਮੋਤੀਆਂ ਦਾ ਚੋਗ ਚੁਗਦਾ ਹੈ, ਇਸ ਤੋਂ ਇਲਾਵਾ ਚੋਗ ਹੀ ਨਹੀਂ ਚੁਗਦਾ। ਇਹ ਕੀ ਹੋ ਗਿਆ ਹੰਸ ਨੂੰ ਕਿ ਉਹ ਆਪਣਾ ਸੁਭਾਵਿਕ ਚੋਗ ਛੱਡ ਕੇ ਮਰੇ ਹੋਏ ਪਸ਼ੂਆਂ ਦੇ ਮੁਰਦਾਰ ਚੂੰਡ ਰਿਹਾ, ਕਰੰਗ ਚੂੰਡ ਰਿਹਾ। ਸਿਫਤ ਸਲਾਹਨ ਛੱਡ ਕੇ ਕੁਰੰਗੀ ਲੱਗਾ ਹੰਸ। 100 ਉਲਾਂਬੇ ਦਿਨੇ ਕੇ, ਦਿਨ ਦੇ ਵੀ 100 ਉਲਾਂਬੜੇ ਨੇ, ਰਾਤਾਂ ਦੇ ਉਦੋਂ ਵੀ ਵੱਧ ਨੇ। ਪਰ ਇਹਨੂੰ ਕੀ ਹੋ ਗਿਆ ਹੰਸ ਨੂੰ? ਇਸ ਦੇ ਪਿੱਛੇ ਇੱਕ ਸਾਖੀ ਦਾ ਜ਼ਿਕਰ ਹੈ। ਉਹ ਸਾਖੀ ਮਹਾਭਾਰਤ ਦੀ ਹੈ। ਜਦੋਂ ਕੁਰੂਕਸ਼ੇਤਰ ਦਾ ਯੁੱਧ ਸਮਾਪਤ ਹੁੰਦਾ ਹੈ, ਦੋ ਸ਼ਕਤੀਆਂ 'ਚ ਉਹ ਯੁੱਧ ਹੋਇਆ, ਬਦੀ ਔਰ ਨੇਕੀ। ਨੇਕੀ ਦੀਆਂ ਤਾਕਤਾਂ ਦੀ ਜਿਹੜੇ ਸੀ ਉਹ ਪਾਂਡਵ ਜਿਹੜੇ ਸੀ ਉਹ ਨੁਮਾਇੰਦਗੀ ਕਰ ਰਹੇ ਸੀ, ਬਦੀ ਵਾਲਿਆਂ ਦੀ ਕੌਰਵ ਕਰ ਰਹੇ ਸੀ। ਕ੍ਰਿਸ਼ਨ ਮਹਾਰਾਜ ਜਿਹੜੇ ਸੀ ਉਹਨਾਂ ਨੇ ਕੌਰਵਾਂ ਦਾ ਸਾਥ ਦਿੱਤਾ, ਪਾਂਡਵਾਂ ਦਾ ਸਾਥ ਦਿੱਤਾ। ਪਾਂਡਵ ਉਹ ਨੇਕੀ ਤੇ ਬਦੀ ਇੱਕ ਯੁੱਗ ਦਾ ਜਿਹੜਾ ਯੁੱਧ ਸੀ ਉਹ ਜਿੱਤ ਗਏ। ਯੁੱਧ ਦੇ ਸਮਾਪਨ ਤੋਂ ਬਾਅਦ ਉਹ ਕ੍ਰਿਸ਼ਨ ਮਹਾਰਾਜ ਦਾ ਅਭਾਵ ਪ੍ਰਗਟ ਕਰਨ ਜਾਂਦੇ ਨੇ ਪੰਜੇ ਪਾਂਡਵ।
ਤੇ ਉਹਨਾਂ ਦੇ ਸਾਹਮਣੇ ਜਾ ਕੇ ਬਿਰਾਜਮਾਨ ਹੋ ਗਏ। ਕਹਿਣ ਲੱਗੇ ਭਈ ਤੁਹਾਡੀ ਕਿਰਪਾ ਨਾਲ ਯੁੱਧ ਜਿੱਤਿਆ ਤੇ ਅਸੀਂ ਸਾਰੇ ਭਰਾ ਇਕੱਠੇ ਹੋ ਕੇ ਤੁਹਾਡਾ ਆਭਾਰ ਪ੍ਰਗਟ ਕਰਨਾ ਹੈ। ਵੀ ਆਰ ਗ੍ਰੇਟਫੁਲ ਟੂ ਯੂ। ਤੇ ਉਹ ਕਹਿਣ ਲੱਗੇ ਚਲੋ ਉਹ ਤੇ ਗੱਲ ਠੀਕ ਹੈ, ਪਰ ਤੁਹਾਡੇ ਚਿਹਰਿਆਂ ਤੇ ਇੰਨੀ ਉਦਾਸੀ ਕਿਉਂ ਹੈ? ਯੁੱਧ ਜਿੱਤ ਕੇ ਆਏ ਹੋ, ਕੋਈ ਰੌਣਕ ਨਹੀਂ ਹੈ, ਇੰਨਾ ਮਲਾਲ ਹੈ, ਵਜ੍ਹਾ ਕੀ ਹੈ? ਸਭ ਤੋਂ ਪਹਿਲਾਂ ਉਹਨਾਂ ਨੇ ਯੁਧਿਸ਼ਟਰ ਨੂੰ ਸਵਾਲ ਕੀਤਾ, ਵਾਈ ਆਰ ਯੂ ਲੁਕਿੰਗ ਸੋ ਸੈਡ ਐਂਡ ਡਿਪਰੈਸਡ? ਤੇ ਯੁਧਿਸ਼ਟਰ ਜਵਾਬ ਦਿੰਦੇ ਨੇ ਕਿ ਕੁਝ ਦਿਨਾਂ ਤੋਂ ਮੇਰੇ ਸਾਹਮਣੇ ਇੱਕ ਦ੍ਰਿਸ਼ ਹੈ, ਉਹ ਮੇਰੀ ਕੋਸ਼ਿਸ਼ ਕਰਨ ਤੋਂ ਬਾਅਦ ਵੀ ਮੇਰੀਆਂ ਨਜ਼ਰਾਂ ਤੋਂ ਓਝਲ ਨਹੀਂ ਹੋ ਰਿਹਾ। ਮੈਂ ਅੱਖਾਂ ਬੰਦ ਵੀ ਕਰਦਾ ਤਦ ਵੀ ਉਹ ਦ੍ਰਿਸ਼ ਮੇਰੇ ਸਾਹਮਣੇ ਹੈ। ਕਹਿਣ ਲੱਗੇ ਦੱਸੋ ਕੀ ਵੇਖ ਰਹੇ ਹੋ? ਤੋ ਯੁਧਿਸ਼ਟਰ ਕਹਿਣ ਲੱਗੇ ਮੈਂ ਵੇਖ ਰਿਹਾ ਕਿ ਮੇਰੇ ਸਾਹਮਣੇ ਇੱਕ ਹੰਸ ਜਿਹੜਾ ਹੈ ਉਹ ਮਰੇ ਹੋਏ ਪਸ਼ੂਆਂ ਦੇ ਮੁਰਦਾਰ ਚੂੰਡ ਰਿਹਾ ਹੈ। ਮੈਨੂੰ ਇਹ ਦ੍ਰਿਸ਼ ਪਰੇਸ਼ਾਨ ਕਰ ਰਿਹਾ। ਕੀ ਹੋ ਗਿਆ ਹੰਸ ਨੂੰ? ਕਿਉਂ ਇੱਥੇ ਪਹੁੰਚ ਗਿਆ? ਵਾਈ ਦਿਸ ਇਜ਼ ਡਿਕਲਾਈਨ? ਕ੍ਰਿਸ਼ਨ ਮਹਾਰਾਜ ਜਵਾਬ ਦਿੰਦੇ ਨੇ ਕਿ ਇਹ ਇੱਕ ਕਲਯੁਗ ਦਾ ਦ੍ਰਿਸ਼ ਹੈ। ਕਲਯੁਗ ਦੀ ਰਿਫਲੈਕਸ਼ਨ ਹੈ ਆਉਣ ਵਾਲੇ ਸਮੇਂ ਦੀ। ਆਉਣ ਵਾਲੇ ਸਮੇਂ ਵਿੱਚ ਕਦਰਾਂ ਕੀਮਤਾਂ, ਇਨਸਾਨੀ ਕਿਰਦਾਰ ਇਸ ਕਦਰ ਡਿੱਗ ਜਾਣਗੇ, ਮਰ ਜਾਣਗੇ ਕਿ ਜਿਨ੍ਹਾਂ ਲੋਕਾਂ ਨੂੰ ਅਸੀਂ ਆਪਣੇ ਕਿਆਫਿਆਂ ਵਿੱਚ, ਆਪਣੇ ਤਸੱਵਰ ਵਿੱਚ ਬਹੁਤ ਵੱਡੇ ਬੰਦੇ ਸਮਝਾਂਗੇ, ਤੇ ਜਦੋਂ ਉਹਨਾਂ ਨਾਲ ਵਾਹ ਪਏਗਾ ਤੇ ਉਹ ਬਹੁਤ ਕਮੀਣੇ ਹੋ ਕੇ ਵਿਚਰਨਗੇ। ਉਹ ਕਿਰਦਾਰ ਉਹ ਨਹੀਂ ਹੋਏਗਾ ਜੋ ਦੂਰੋਂ ਨਜ਼ਰ ਆਉਂਦਾ ਹੈ। ਤੇ ਇੱਦਾਂ ਹੰਸ ਵਾਂਗ ਉਹ ਮੁਰਦਿਆਂ ਨੂੰ ਚੂੰਡਦੇ ਨਜ਼ਰ ਆਉਣਗੇ। ਨਾਲ ਅਰਜੁਨ ਬੈਠੇ ਸੀ ਤੇ ਅਰਜੁਨ ਨੂੰ ਕਹਿਣ ਲੱਗੇ, ਅਰਜੁਨ ਤੂੰ ਵੀ ਬੜਾ ਖਾਮੋਸ਼ ਬੈਠਾ, ਤੈਨੂੰ ਵੀ ਕੁਝ ਇੱਦਾਂ ਦਿਸ ਰਿਹਾ? ਕਹਿਣ ਲੱਗਾ ਹਾਂਜੀ, ਤੂੰ ਵੀ ਦੱਸ। ਅਰਜੁਨ ਕਹਿਣ ਲੱਗਾ ਮੇਰੇ ਸਾਹਮਣੇ ਦ੍ਰਿਸ਼ ਹੈ, 3 ਖੂਹ ਨੇ, 2 ਜੁੜਵੇਂ ਨੇ। ਪਹਿਲਾਂ ਪਿੰਡਾਂ 'ਚ ਹੁੰਦੇ ਸੀ ਨਾ ਜੁੜਵੇਂ ਖੂਹ, ਡਿਬਿੱਡੇ ਜਿਨ੍ਹਾਂ ਨੂੰ ਆਪਾਂ ਆਖਦੇ ਸੀ। ਇੱਕ ਖੂਹ ਦੂਰੀ ਤੇ ਹੈ। ਪਹਿਲੇ ਖੂਹ 'ਚੋਂ ਪਾਣੀ ਨਿਕਲ ਕੇ ਨਾਲ ਦੇ ਖੂਹ ਨੂੰ ਸੁੱਕਾ ਛੱਡ ਕੇ ਦੂਰ ਦੁਰਾਡੇ ਵਾਲੇ ਖੂਹ 'ਚ ਪਾਣੀ ਜਾ ਰਿਹਾ। ਪਹਿਲਾ ਖੂਹ 'ਚ ਪਾਣੀ ਹੈ, ਤੀਜੇ ਖੂਹ 'ਚ ਪਾਣੀ ਹੈ, ਨਾਲ ਵਾਲਾ ਜਿਹੜਾ ਖੂਹ ਹੈ ਉਹ ਸੁੱਕਾ ਹੈ। ਮੈਨੂੰ ਇਹ ਦ੍ਰਿਸ਼ ਪਰੇਸ਼ਾਨ ਕਰ ਰਿਹਾ ਕਿ ਇਹ ਨਾਲ ਵਾਲਾ ਖੂਹ ਸੁੱਕਾ ਕਿਉਂ ਛੱਡਿਆ ਜਾ ਰਿਹਾ? ਤੇ ਕ੍ਰਿਸ਼ਨ ਮਹਾਰਾਜ ਕਹਿਣ ਲੱਗੇ ਇਹ ਵੀ ਕਲਯੁਗ ਦਾ ਇੱਕ ਰਿਫਲੈਕਸ਼ਨ ਹੈ। ਕਲਯੁਗ ਵਿੱਚ ਇਸ ਤਰ੍ਹਾਂ ਹੋਣਾ ਕਿ ਲੋਕਾਂ ਨੇ ਆਪਣਿਆਂ ਨੂੰ ਛੱਡਣਾ, ਪਰਾਇਆਂ ਨਾਲ ਯਾਰੀਆਂ। ਹਰ ਚੀਜ਼ ਜਿਹੜੀ ਆਪਣੀ ਹੈ ਉਹਨੂੰ ਕੋਈ ਰਿਸਪੈਕਟ ਨਹੀਂ ਦੇਣੀ। ਹਰ ਪਰਾਈ ਚੀਜ਼ ਜਿਹੜੀ ਹੈ, ਪਰਾਏ ਪਹਿਰਾਵੇ, ਪਰਾਈ ਭਾਸ਼ਾ, ਪਰਾਈ ਸੰਪਤੀ, ਪਰਾਈ ਔਰਤ, ਹਰ ਚੀਜ਼ ਜੋ ਪਰਾਈ ਹੈ, ਜੋ ਤੁਹਾਡੀ ਆਪਣੀ ਨਹੀਂ, ਉਹਨੂੰ ਹਥਿਆਉਣ ਦੀ ਕੋਸ਼ਿਸ਼ ਕਰਨੀ ਹੈ। ਉਹਦੇ 'ਚ ਸਮਝਣਾ ਕਿ ਇਸ ਦੇ ਵਿੱਚ ਮੇਰੀ ਇਮੈਂਸੀਪੇਸ਼ਨ ਹੈ, ਇਹਦੇ 'ਚ ਮੇਰੀ ਸੈਟਿਸਫੈਕਸ਼ਨ ਹੈ, ਇਹਦੇ 'ਚ ਮੇਰੀ ਮੁਕਤੀ ਹੈ, ਇਹਦੇ 'ਚ ਮੇਰੀ ਤਸੱਲੀ ਹੈ। ਇਹ ਸਮਾਂ ਆਉਣ ਵਾਲਾ ਹੈ। ਇਹ ਦ੍ਰਿਸ਼ ਆਉਣ ਵਾਲੇ ਸਮੇਂ ਦੀ ਪੂਰਵ ਤਰਜਮਾਨੀ ਕਰ ਰਿਹਾ ਹੈ। ਤੇ ਫਿਰ ਤੀਸਰੇ ਨੂੰ ਕਹਿੰਦੇ ਵੀ ਤੂੰ ਦੱਸ ਤੂੰ ਕੀ ਵੇਖ ਰਿਹਾ? ਭੀਮ ਕਹਿਣ ਲੱਗਾ ਮਹਾਰਾਜ ਮੇਰੇ ਸਾਹਮਣੇ ਜਿਹੜਾ ਦ੍ਰਿਸ਼ ਹੈ ਉਹ ਇਹ ਹੈ ਕਿ ਇੱਕ ਹਾਥੀ ਖਲੋਤਾ ਮੇਰੇ ਸਾਹਮਣੇ, ਉਸ ਦੇ 2 ਸੁੰਡ ਨੇ। ਇੱਕ ਸੁੰਡ ਨਾਲ ਤੇ ਉਹ ਘਾਸ ਖਾਈ ਜਾਂਦਾ ਹੈ, ਦੂਜੇ ਨਾਲ ਮਾਸ ਖਾਂਦਾ ਹੈ। ਜਦੋਂ ਘਾਸ ਖਾਂਦਾ ਹੈ ਤੇ ਉਦੋਂ ਘਾਹ ਦੀ ਪੂਲੀ ਚੱਕ ਕੇ ਚਾਰੇ ਪਾਸੇ ਫਹਿਰਾ ਕੇ ਦਿਖਾਉਂਦਾ ਹੈ ਕਿ ਲੁੱਕ ਹੀਅਰ, ਮੈਂ ਸ਼ਾਕਾਹਾਰੀ ਹਾਂ। ਤੇ ਜਦੋਂ ਮਾਸ ਖਾਂਦਾ ਹੈ ਉਹ ਫਿਰ ਦੂਸਰੇ ਸੁੰਡ ਨਾਲ ਪੂਰੇ ਦਾ ਪੂਰਾ ਲੇਲਾ ਚੁੱਕ ਕੇ ਲਵੇਟ ਕੇ ਆਪਣੇ ਮੂੰਹ ਵਿੱਚ ਪਾ ਲੈਂਦਾ ਤੇ ਲੋਕਾਂ ਵੱਲ ਪਿੱਠ ਕਰ ਲੈਂਦਾ ਹੈ।
ਦਿਖਾਉਂਦਾ ਹੈ ਕਿ ਮੈਂ ਮਾਸ ਖਾ ਰਿਹਾ ਤੇ ਲੋਕਾਂ ਨੂੰ ਨਹੀਂ ਪਤਾ। ਕ੍ਰਿਸ਼ਨ ਮਹਾਰਾਜ ਕਹਿਣ ਲੱਗੇ ਇਹ ਵੀ ਕਲਯੁਗ ਦਾ ਵਰਤਾਰਾ ਹੈ। ਕਹਿੰਦਾ ਮਹਾਰਾਜ ਥੋੜ੍ਹੀ ਤਸ਼ਰੀਹ ਕਰ ਦਿਓ। ਫਿਰ ਕ੍ਰਿਸ਼ਨ ਮਹਾਰਾਜ ਤਸ਼ਰੀਹ ਕਰਦੇ ਨੇ ਕਿ ਕਲਯੁਗ ਵਿੱਚ, ਕਲਯੁਗ ਉਹ ਯੁੱਗ ਹੈ ਜਿਹਦੇ 'ਚ ਆਪਾਂ ਅੱਜ ਗੱਲਾਂ ਕਰ ਰਹੇ ਹਾਂ। ਕਲਯੁਗ ਵਿੱਚ ਮਨੁੱਖ ਦੋ ਸੁੰਡੇ ਹੋਣਗੇ। majority of the people would lead double life, double standards। ਸਭ ਤੋਂ ਮੁਸ਼ਕਲ ਕੰਮ ਕਲਯੁਗ ਵਿੱਚ ਮਨੁੱਖ ਨੂੰ ਪਹਿਚਾਨਣਾ ਹੋਏਗਾ। ਮਿੱਤਰ ਕੌਣ ਹੈ, ਸੁੱਚਾ ਕੌਣ ਹੈ। ਮਹਾਰਾਜ ਤਾਂ ਕਹਿੰਦੇ ਨੇ ਜਿਨੀ ਦਸੰਦੜਿਆਂ ਦੁਰਮਤ ਵੰਝੇ ਮਿੱਤਰ ਅਸਾਡੜੇ ਸੇਈ। ਹੁਣ ਕਿੰਨੇ ਕੁ ਐਸੇ ਜ਼ਿੰਦਗੀ 'ਚ ਮਿੱਤਰ ਮਿਲਦੇ ਨੇ ਜਿਨ੍ਹਾਂ ਨੂੰ ਮਿਲਦਿਆਂ ਦੁਰਮਤ ਜਿਹੜੀ ਹੈ ਉਹ ਮਨ 'ਚੋਂ ਦੂਰ ਹੁੰਦੀ ਹੈ, ਮੈਲ ਦੂਰ ਹੁੰਦੀ ਹੈ। ਵਿਰਲੇ ਹੀ ਕੋਈ ਸੱਜਣ ਐਸੇ ਜ਼ਿੰਦਗੀ 'ਚ ਮਿਲ ਜਾਣ, ਅੱਬਲ ਤਾਂ ਮਿਲਦੇ ਨਹੀਂ। ਕਹਿਣ ਲੱਗੇ ਇਸ ਪਸਮੰਜਰ ਨੂੰ ਦ੍ਰਿਸ਼ਟਮਾਨ ਕਰਦਾ ਦ੍ਰਿਸ਼ ਕਿ ਸਭ ਤੋਂ ਮੁਸ਼ਕਲ ਹੋਏਗਾ ਦੋਸਤ ਪਹਿਚਾਨਣਾ, ਦਰਦਮੰਦ ਪਹਿਚਾਨਣਾ। ਤੇ ਚੌਥਾ ਜਿਹੜਾ ਸੀ ਨਕੁਲ, ਉਹਨੂੰ ਕਹਿਣ ਲੱਗੇ ਨਕੁਲ ਤੈਨੂੰ ਵੀ ਕੁਝ ਦਿਖ ਰਿਹਾ। ਉਹ ਕਹਿਣ ਲੱਗਾ ਮਹਾਰਾਜ ਦੇਖ ਤੇ ਮੈਂ ਰਿਹਾ, ਦ੍ਰਿਸ਼ ਤੇ ਮੇਰੇ ਸਾਹਮਣੇ ਹੈ, ਬਟ ਇਟਸ ਏ ਹੌਰੀਬਲ ਸਪੈਕਟਰ। ਮੈਂ ਉਹਨੂੰ ਬਿਆਨ ਨਹੀਂ ਕਰ ਸਕਦਾ, ਹਨੇਰ ਹੋ ਗਿਆ। ਕਹਿਣ ਲੱਗੇ ਹੌਸਲਾ ਰੱਖ, ਹੌਸਲੇ ਨਾਲ ਦੱਸ ਕੀ ਦੇਖ ਰਿਹਾ। ਤੋ ਕਹਿਣ ਲੱਗੇ ਮੈਂ ਦੇਖ ਰਿਹਾ ਵੀ ਇੱਕ ਮਾਂ ਆਪਣੀ ਧੀ ਦਾ ਦੁੱਧ ਚੁੰਗ ਰਹੀ ਹੈ, ਇੱਕ ਗਾਂ ਵੱਛੀ ਨੂੰ ਚੁੰਗ ਰਹੀ ਹੈ। ਮੈਨੂੰ ਇਹ ਦ੍ਰਿਸ਼ ਪਰੇਸ਼ਾਨ ਕਰ ਰਿਹਾ ਵੀ ਇਹ ਕਿਉਂ ਇਸ ਤਰ੍ਹਾਂ ਹੋ ਰਿਹਾ ਹੈ। ਤੇ ਕ੍ਰਿਸ਼ਨ ਮਹਾਰਾਜ ਕਹਿਣ ਲੱਗੇ ਇਹ ਵੀ ਕਲਯੁਗ ਦਾ ਇੱਕ ਰਿਫਲੈਕਸ਼ਨ ਹੈ। ਜਦੋਂ ਕਲਯੁਗ ਆਏਗਾ ਉਦੋਂ ਇਨਸਾਨੀ ਰਿਸ਼ਤਿਆਂ ਦੀ ਜਿਹੜੀ ਨਫਾਸਤ ਹੈ ਉਹ ਬਰਬਾਦ ਹੋ ਜਾਏਗੀ, ਸਾਡੀ ਜ਼ਿੰਦਗੀ ਦੇ ਸਲੀਕਿਆਂ 'ਚੋਂ ਮਨਫੀ ਹੋ ਜਾਏਗੀ, ਇੱਜ਼ਤਾਂ ਮਨਫੀ ਹੋ ਜਾਣਗੀਆਂ। ਮਨੁੱਖ ਇਹ ਭੁੱਲ ਜਾਏਗਾ ਇਹ ਮੇਰੀ ਧੀ ਹੈ, ਇਹ ਮੇਰੀ ਮਾਤਾ ਹੈ, ਇਹ ਮੇਰੀ ਭੈਣ ਹੈ। ਉਹਨਾਂ ਰਿਸ਼ਤਿਆਂ ਨਾਲ ਜੁੜੀਆਂ ਹੋਈਆਂ ਆਬਰੂਆਂ ਤੇ ਇੱਜ਼ਤਾਂ ਉਹ ਸਾਡੇ ਸਲੀਕਿਆਂ ਵਿੱਚੋਂ ਮਨਫੀ ਹੋ ਜਾਣਗੀਆਂ। ਤੁਸੀਂ ਦੇਖ ਰਹੇ ਹੋ ਰੋਜ਼ ਅਖਬਾਰ ਦਾ ਪਹਿਲਾ ਪੰਨਾ ਡੱਬੀ ਲੱਗ ਕੇ ਐਸੀਆਂ ਖਬਰਾਂ ਲੱਗਦੀਆਂ ਨੇ ਜਿੱਥੇ ਰਿਸ਼ਤੇ ਤਾਰ-ਤਾਰ ਹੋਏ ਹੁੰਦੇ ਨੇ। ਮੇਰੇ ਕੋਲ 8 ਅਖਬਾਰ ਆਉਂਦੇ ਨੇ। ਕਈ ਵਾਰੀ ਤਾਂ ਮੈਂ ਅਖਬਾਰ ਇਕੱਠੇ ਕਰਕੇ ਆਪਣੀ ਬੀਵੀ ਨੂੰ ਕਹਿਣਾ ਇਹਨਾਂ ਨੂੰ ਸਾੜ ਦਿਓ। ਉਹ ਮੈਨੂੰ ਪੁੱਛੋ ਜੀ ਕਿਉਂ ਸਾੜਦੇ ਆ? ਤੇ ਮੈਂ ਕਹਿਣਾ ਮੇਰੇ ਬੱਚਿਆਂ ਦੇ ਜਾਗਣ ਤੋਂ ਪਹਿਲਾਂ ਇਹਨਾਂ ਖਬਰਾਂ ਨੂੰ ਸਾੜ ਦਿਓ, ਸਾੜ ਦਿਓ ਇਹਨਾਂ ਅਖਬਾਰਾਂ ਨੂੰ। ਮੈਨੂੰ ਡਰ ਹੈ ਕਿ ਕਿਤੇ ਮੇਰੇ ਬੱਚੇ ਇਨਸਾਨੀਅਤ ਵਿੱਚ ਆਪਣਾ ਵਿਸ਼ਵਾਸ ਹੀ ਨਾ ਖੋ ਬੈਠਣ, ਰਿਸ਼ਤਿਆਂ ਵਿੱਚ ਵਿਸ਼ਵਾਸ ਹੀ ਨਾ ਖੋ, ਕਿ ਇਸ ਕਦਰ ਵੀ ਆਦਮੀ ਜਿਹੜਾ ਹੈ ਉਹ ਗਿਰ ਸਕਦਾ ਹੈ। ਜਦੋਂ ਇੰਨੀ ਗੱਲ ਉਹਨਾਂ ਨੇ ਕਹੀ ਵੀ ਇਹ ਵੀ ਇੱਕ ਕਲਯੁਗ ਦਾ ਰਿਫਲੈਕਸ਼ਨ ਹੈ, ਤੇ ਅਰਜੁਨ ਉੱਠ ਕੇ ਕਹਿਣ ਲੱਗੇ ਮਹਾਰਾਜ ਜੇ ਇੰਨਾ ਭਿਆਨਕ ਦੌਰ ਹੈ ਅੱਗੇ, ਇਤਨਾ ਤਾਰੀਕ ਦੌਰ ਹੈ ਕਲਯੁਗ, ਤੇ ਫਿਰ ਕਲਯੁਗ ਵਿੱਚ ਮਨੁੱਖ ਦਾ ਕੀ ਬਣੇਗਾ, ਧਰਮ ਦਾ ਕੀ ਬਣੇਗਾ, ਸੱਚ ਦਾ ਕੀ ਬਣੇਗਾ, ਮੁਹੱਬਤਾਂ ਦਾ ਕੀ ਬਣੇਗਾ, ਇਨਸਾਨ ਦਾ ਕੀ ਬਣੇਗਾ, ਆਬਰੂਆਂ ਕਿੱਥੇ ਜਾਣਗੀਆਂ। ਕਹਿਣ ਲੱਗੇ ਆ 5ਵੇਂ ਦੀ ਗੱਲ ਸੁਣ ਲਈਏ ਫਿਰ ਤੇਰੀ ਗੱਲ ਦਾ ਜਵਾਬ ਦਿਆਂਗਾ। ਫਿਰ 5ਵੇਂ ਨੂੰ ਪੁੱਛਦੇ ਨੇ ਸਹਿਦੇਵ ਤੁਸੀਂ ਦੱਸੋ ਤੁਸੀਂ ਕੀ ਦੇਖ ਰਹੇ ਹੋ। ਸਹਿਦੇਵ ਆਖਦਾ ਮਹਾਰਾਜ ਮੈਂ ਵੇਖ ਰਿਹਾ ਕਿ ਉੱਪਰੋਂ ਇੱਕ ਬਹੁਤ ਵੱਡਾ ਪਰਬਤ ਜਿਹੜਾ ਹੈ ਉਹ ਜ਼ਮੀਨ ਵੱਲ ਨੂੰ ਠਿਲਦਾ ਆ ਰਿਹਾ, ਤੇ ਉਹਨੂੰ ਇੱਕ ਤੀਲੇ ਨੇ ਡੱਕਿਆ ਹੋਇਆ, ਛੋਟੇ ਜਿਹੇ ਤੀਲੇ ਨੇ ਉਹਨੂੰ ਡੱਕਿਆ ਹੋਇਆ। ਤੇ ਮੈਂ ਇਸ ਗੱਲੋਂ ਪਰੇਸ਼ਾਨ ਹਾਂ ਕਿ ਜੇ ਇਸ ਪਰਬਤ ਨੂੰ ਤੀਲੇ ਦਾ ਵੀ ਸਹਾਰਾ ਨਾ ਰਿਹਾ ਤੇ ਫਿਰ ਇਹ ਜ਼ਮੀਨ ਤੇ ਆ ਡਿੱਗੇਗਾ, ਤੇ ਜਿੰਨੀ ਅਸ਼ਰਫੁਲ ਮਖਲੂਕਾਤ ਹੈ, ਸਾਰੀ ਕਾਇਨਾਤ ਜਿਹੜੀ ਹੈ ਉਸ ਨੂੰ ਬਰਬਾਦ ਕਰ ਦੇਗਾ, ਔਰ ਆਦਮੀ ਦੀ ਜ਼ਾਤ ਇਸ ਧਰਤੀ ਤੋਂ ਮਿਟ ਜਾਏਗੀ, ਸਭ ਕੁਝ ਬਰਬਾਦ ਹੋ ਜਾਏਗਾ। ਤੇ
कृष्ण महाराज अर्जन नूं कहण लगे, अर्जन तुहाडी गल दा जवाब आ गया। कहंदा महाराज मैनूं समझ नहीं आया, तशरीह कर दिओ। फिर वो तशरीह करते हैं, यह महाभारत विच भी जिक्र है। वो कहण लगे भी जिन्नियां बुराइयां पहले चार बंदियां नूं जिहड़े चित्र नज़र आ रहे ने, उन्हां विच जिन्नियां बुराइयां दा जिक्र है, जे कलयुग दे मनुख दे पल्ले तीले जिन्ना धर्म, तीले जिन्नी नेकी, तीले जिन्ना सच, तीले जिन्ना अदब, इंसानियत, ईमानदारी जे उस मनुख दे पल्ले रह गई कल युग च, फिर ये सारियां बुराइयां उसका कुछ नहीं जे बिगाड़ सकदियां। ते जे तीले जिन्ना भी ना रहा, फिर वो जे मनुख नूं बचाउण दी कोई लोड़ नहीं है। ये है वो एज जिसका आपां जिक्र कर रहे हैं, कल युग, डार्क एज, जिहदी रिफ्लैक्शन कितने हज़ार साल पहला महाभारत विच बयानी गई, द्वापर विच। ते गुरु नानक साहब जिहड़े ने वो कल युग दे अवतार बन के इस सारियां बुराइयां नूं दूर करन दे लई इस संसार विच आउंदे ने। कल तारन गुरु नानक आया। कल का मतलब है डार्क एज। गुरु नानक आए टू साल्वेज द मैनकाइंड इन्हां सारियां बुराइयां तो। सतगुर नानक प्रगटिया, मिट्टी धुंध जग चानन होआ, भाई गुरदास बयान करते हैं। और गुरु नानक साहब का संसार ते आउण दा पहले जिन्हां बंदियां नूं अनुभव होए, ਉਹਦੇ 'ਚ ਇੱਕ ਤੇ ਉਹਨਾਂ ਦੀ ਵੱਡੀ ਭੈਣ ਨਾਨਕੀ ਹੈ, ਦੂਸਰੇ ਰਾਏ ਬੁਲਾਰ ਸਾਹਿਬ ਜੋ ਰਾਏ ਭੋਏ ਦੀ ਤਲਵੰਡੀ ਦੇ ਮਿਲਖਾਂ ਦੇ ਮਾਲਕ ਸਨ। ਤੇ ਜਦੋਂ ਗੁਰੂ ਮਹਾਰਾਜ ਪ੍ਰਗਟ ਹੋਏ ਤੇ ਰਾਏ ਬੁਲਾਰ ਦਰਸ਼ਨਾਂ ਲਈ ਗਏ, ਵੱਡਾ ਬੰਦਾ ਸੀ ਰਾਏ ਬੁਲਾਰ। ਗੁਰੂ ਨਾਨਕ ਸਾਹਿਬ ਦੇ ਪਿਤਾ ਜੀ ਉਹਨਾਂ ਦੀਆਂ ਮਿਲਖਾਂ ਦੇ ਪਟਵਾਰੀ ਸਨ, ਮੀਰ ਮੁਨਸ਼ੀ ਸਨ। ਰਾਏ ਬੁਲਾਰ ਦਾ ਜਨਮ ਵੀ ਗੁਰੂ ਸਾਹਿਬ ਦੇ ਪਿਤਾ ਜੀ ਦੀਆਂ ਨਜ਼ਰਾਂ ਦੇ ਸਾਹਮਣੇ ਹੋਇਆ। ਉਹ ਵੱਡੇ ਵੀ ਉਹਨਾਂ ਦੀ ਸਪੁਰਦਦਾਰੀ ਵਿੱਚ ਹੋਏ, ਇਸ ਲਈ ਇੱਜ਼ਤ ਕਰਦੇ ਸਨ ਬਹੁਤ। ਤੇ ਗੁਰੂ ਨਾਨਕ ਸਾਹਿਬ ਦੇ ਜਨਮ ਤੋਂ ਬਾਅਦ ਦਰਸ਼ਨ ਕਰਨ ਵਾਸਤੇ ਮਹਿਤਾ ਕਾਲੂ ਦੇ ਘਰ ਜਾਂਦੇ ਨੇ। देख के ते बाल नानक दे दोवें चरण छूए, उन्होंने चरण छूए ते फिर मत्थे नाल लाए। थोड़ी देर खामोश रहे ते फिर मेहता कालू जी नूं आखदे ने, कालू जी तुसां के घर अल्लाह का फकीर आया सू, तुसां दे घर अल्लाह का फकीर आया सू, इसनूं बाल ना जाता। ये वड्डी बरगुजीदा शख्सियत है, बरगुजीदा अल्लाह दा नूर है, इसनूं आम सधारण बच्चा ना समझ बैठना। ये सब तो पहले बोल उन्हां दे ने, राय बुलार साहब थे। यहाँ भैन नानकी ने, भैन नानकी हमेशा नाले उन्होंने पालते सन, नाले मत्था टेकते सन। जदों वो बाल सन उदों भी मत्था टेकते सी। ये बड़ा एक अजीब किस्म का नज़ारा सी जदों वड्डी भैन छोटे भरा नूं मत्था टेके। मुहब्बतां ते भैणां करदियां ने अपने भरावां नूं, निक्किਆਂ नूं, लेकिन ये आदब जिहड़ा सी वो थोड़ा वखरा सी। 25-30 साल दे वड्डे हो गए नानक। 2-3 साखियां हैं, वो तुसीं सारिਆਂ ने सुनियां पढ़ियां। मੱਝੀਆਂ ਚਾਰਨ भेजता,
ਤੇ ਉੱਥੇ ਇੱਕ ਰੁੱਖ ਦੇ ਛਾਂ ਹੇਠਾਂ ਸੌਂ ਗਏ। ਮੱਝੀਆਂ ਲੋਕਾਂ ਦੀਆਂ ਖੇਤੀਆਂ ਚਰ ਗਈਆਂ। ਉਹਨਾਂ ਨੇ ਉਲਾਂਭਾ ਦਿੱਤਾ ਜਾ ਕੇ ਰਾਏ ਬੁਲਾਰ ਸਾਹਿਬ ਨੂੰ ਕਿ ਤੁਹਾਡੇ ਪਟਵਾਰੀ ਦੇ ਪੁੱਤਰ ਨੇ ਸਾਡੀਆਂ ਫਸਲਾਂ ਬਰਬਾਦ ਕਰ ਦਿੱਤੀਆਂ। ਤੇ ਰਾਏ ਬੁਲਾਰ ਸਾਹਿਬ ਲੋਕਾਂ ਦੀ ਸ਼ਿਕਾਇਤ ਸੁਣ ਕੇ ਕਹਿਣ ਲੱਗੇ, ਚਲੋ ਮੈਨੂੰ ਦਿਖਾਓ ਕਿੰਨਾ ਕੁ ਨੁਕਸਾਨ ਤੁਹਾਡੀਆਂ ਫਸਲਾਂ ਦਾ ਹੋਇਆ, ਮੈਂ ਭਰ ਦਿਆਂਗਾ। ਉਹ ਆਪਣੇ ਅਹਿਲਕਾਰਾਂ ਨੂੰ ਨਾਲ ਮਹਿਤਾ ਕਾਲੂ ਜੀ ਨੂੰ ਲੈ ਕੇ ਉੱਥੇ ਜਾਂਦੇ ਨੇ, ਜਿਹੜੇ ਕਹਿੰਦੇ ਸੀ ਸਾਰੀਆਂ ਫਸਲਾਂ ਬਰਬਾਦ ਹੋ ਗਈਆਂ। ਉਹ ਪਹਿਲਾਂ ਨਾਲੋਂ ਵੀ ਹਰੀਆਂ ਕਚੂਰ ਤੇ ਲਹਿ ਲਹਾਉਂਦੀਆਂ ਨਜ਼ਰ ਆਈਆਂ। ਤੇ ਜਦੋਂ ਗੁਰੂ ਨਾਨਕ ਨੂੰ ਲੱਭਣ ਲੱਗੇ, ਗੁਰੂ ਨਾਨਕ ਤੇ ਬਾਅਦ 'ਚ ਹੋਏ ਨਾ, ਮੱਝੀਆਂ ਦਾ ਚਾਰੂ ਨਾਨਕ ਜਿਹੜਾ ਸੀਗਾ, ਉਸ ਨੂੰ ਵੇਖਿਆ ਕਿ ਉਹ ਇੱਕ ਦਰਖਤ ਦੀ ਛਾਂ ਹੇਠਾਂ ਸੌਂ ਰਹੇ ਨੇ, ਸਰਾਣੇ ਬਾਂਹ ਰੱਖ ਕੇ। ਤੇ ਇੱਕ ਵੱਡੇ ਨਾਗ ਨੇ, ਇਹ ਹਿਊਜ ਪਾਈਥਨ, ਉਹਨੇ ਆਪਣਾ ਫਨ ਜਿਹੜਾ ਹੈਗਾ ਉਹਨਾਂ ਦੇ ਸਿਰ ਤੇ ਪਸਾਰਿਆ ਤੇ ਉਹਨਾਂ ਨੂੰ ਛਾਂ ਕੀਤੀ ਹੋਈ ਹੈ। ਦੂਸਰੀ ਵਾਰ ਫਿਰ ਰਾਏ ਬੁਲਾਰ ਸਾਹਿਬ ਨੇ ਕਿਹਾ, ਮਹਿਤਾ ਜੀ ਮੈਂ ਤੇ ਉਸ ਦਿਨ ਆਖਿਆ ਸੀ ਕਿ ਨਾਨਕ ਬਰਗੁਜ਼ੀਦਾ ਸ਼ਖਸੀਅਤ ਹੀ ਅੱਲਾ ਦਾ ਨੂਰ ਸੂ, ਵੇਖਿਆ ਸੂ। ਤੇ ਨਾਲ ਉਹ ਕਹਿਣ ਲੱਗੇ, ਅੱਜ ਤੋਂ ਨਾਨਕ ਨੂੰ ਕਿਸੇ ਨੇ ਕੁਝ ਨਹੀਂ ਆਖਣਾ, ਜੋ ਮਰਜ਼ੀ ਪਿਆ ਕਰੋ। ਇਹ ਸਾਰਾ ਸੰਵਾਦ ਮੁਲਤਾਨੀ 'ਚ ਹੈ। ਉੱਥੇ ਲਹਿੰਦੀ ਮੁਲਤਾਨੀ ਬੋਲੀ ਜਾਂਦੀ ਨਨਕਾਣਾ ਸਾਹਿਬ ਦੇ ਆਲੇ ਦੁਆਲੇ ਦੇ ਪਿੰਡਾਂ ਵਿੱਚ, ਹਲੇ ਵੀ ਲੋਕ ਉਸ ਤਰ੍ਹਾਂ ਦੀ ਭਾਸ਼ਾ ਬੋਲਦੇ ਨੇ, ਜੋ ਮਰਜ਼ੀ ਪਿਆ ਕਰੇ। ਤੇ ਪਿੰਡ ਤੋਂ ਦੂਰ ਇੱਕ ਡੇਰਾ ਸੀ ਜਿੱਥੇ ਭਾਈ ਬਦਰੋ ਰਹਿੰਦੇ ਸਨ। ਭਾਈ ਬਦਰੋ ਤੇ ਮਾਈ ਲੱਖੋ ਦਾ ਡੇਰਾ, ਤੇ ਉਹ ਗਵਈਏ ਸਨ ਖਾਨਦਾਨੀ। ਉਹਨਾਂ ਦੇ ਡੇਰੇ ਵਿੱਚ ਹੀ ਲੋਕੀ ਅੰਨ ਪਾਣੀ ਪਹੁੰਚਾ ਦਿੰਦੇ ਸੀ, ਮੰਗਤੇ ਨਹੀਂ ਸਨ ਉਹ। ਤੇ ਫਿਰ ਗੁਰੂ ਨਾਨਕ ਸਾਹਿਬ ਉੱਥੇ ਜਾਣ ਲੱਗੇ। ਉੱਥੇ ਹੀ ਮਰਦਾਨੇ ਨਾਲ ਯਾਰੀ ਪਈ। ਮਰਦਾਨਾ ਭਾਈ ਬਦਰੋ ਔਰ ਮਾਈ ਲੱਖੋ ਦਾ ਪੁੱਤਰ ਸੀ। ਸਵੇਰੇ ਹੀ ਚਲੇ ਜਾਣਾ, ਸਾਰਾ ਦਿਨ ਭਾਈ ਬਦਰੋ ਦੇ ਡੇਰੇ। ਤੇ ਬਦਰੋ ਨੂੰ ਆਖਣਾ, ਮੈਂ ਵੀ ਗਾਵਾਂਗਾ, ਮੈਂ ਅਲਾਪ ਦਿਆਂਗਾ। ਤੇ ਸਾਰਾ ਦਿਨ ਉੱਥੇ ਲੀਨ ਰਹਿਣਾ ਤੇ ਅਲਾਪ ਦੇਣੇ, ਗਾਵਣਾ। ਤੇ ਫੇਰ ਸ਼ਿਕਾਇਤ ਕੀਤੀ। ਪਿਤਾ ਜੀ ਨੇ ਰਾਏ ਬੁਲਾਰ ਪਾਸ ਕਿ ਨਾਨਕ ਘਰ ਨਹੀਂ ਆਉਂਦਾ। ਸੂਰਜ ਚੜ੍ਹਦਿਆਂ ਬਦਰੋ ਦੇ ਡੇਰੇ ਜਾਉਂਦਾ, ਤਿੱਥੇ ਗਾਉਂਦਾ ਹੈ, ਘਰ ਨਹੀਂ ਆਉਂਦਾ, ਕਾਰ ਨਹੀਂ ਕਰਦਾ, ਕੰਮ ਕੋਈ ਨਹੀਂ ਜੇ ਕਰਦਾ। ਫਿਰ ਉਹਨਾਂ ਨੇ ਕਿਹਾ, ਨਹੀਂ, ਉਸ ਨੂੰ ਕੁਝ ਨਹੀਂ ਆਖਣਾ, ਜੋ ਕਰਦਾ ਪਿਆ ਕਰੇ। ਇਸ ਤਰ੍ਹਾਂ ਗੁਰੂ ਨਾਨਕ ਵੱਡੇ ਹੋਏ ਔਰ ਉਹਨਾਂ ਦਾ ਨਾਲ ਦੀ ਨਾਲ ਸੰਗੀਤ ਦਾ ਸਫ਼ਰ ਸ਼ੁਰੂ ਹੋਇਆ। ਔਰ ਜਦੋਂ ਪੁਰੀ ਜਾਂਦੇ ਨੇ, ਦਵਾਰਕਾਪੁਰੀ, ਉੱਥੇ ਆਰਤੀ ਚੱਲ ਰਹੀ ਹੈ। ਗੁਰੂ ਮਹਾਰਾਜ ਆਰਤੀ 'ਚ ਸ਼ਾਮਲ ਹੋ ਜਾਂਦੇ ਨੇ। ਜਦ ਆਰਤੀ ਸਮਾਪਤ ਹੋਈ ਤੇ ਕਹਿਣ ਲੱਗੇ ਵੀ ਇੱਕ ਮੇਰੀ ਵੀ ਆਰਤੀ ਹੈ, ਮੈਂ ਵੀ ਬਣਾਈ ਹੈ, ਹੁਣ ਇਹ ਸੁਣੋ। ਤੁਸੀਂ ਸੁਣਾ ਦਿਓ। ਗੁਰੂ ਨਾਨਕ ਸਾਹਿਬ ਨੇ ਆਰਤੀ ਉਚਾਰੀ, ਗगन में थाल रवचंद, दीपक बने तारका मंडल जनक। पढ़ते हो ना रोज आरती। वो कहते सानू नहीं समझ आई। वो कहते तुसी झूठी आरती कर रहे हो। आरती तो हो रही है, जब तो संसार और मनुख की सिरजना हुई है, कुदरत की आरती हो रही है। सारी धरती एक वड्डा थाल है, चंद ते सूरज ਉਹਦੇ ਵਿੱਚ ਦੋ ਦੀਪ ਜਗ ਰਹੇ ਨੇ, ਤਾਰਕਾ ਮੰਡਲ ਹੈ, ਧੂਪ ਮਲੇ ਆਲੋ, ਪਵਨ ਚਬਰੋ ਕਰੇ, ਸਗਲ ਬਨਰਾਏ ਫੁਲੰਤ ਜੋਤੀ। ਜਿੰਨੇ ਫੁੱਲ, ਜਿੰਨੀ ਬਸਪਤੀ, ਉਹਨਾਂ ਦੀਆਂ ਖੁਸ਼ਬੂਆਂ ਜਿਹੜੀਆਂ ਨੇ ਉਹ ਧੂਪ ਹੈ। ਤੇ ਜਿਹੜੀ ਪਵਨ ਪਰਬਤਾਂ ਨਾਲ ਖਹਿ ਕੇ ਹਵਾਵਾਂ ਵਗਦੀਆਂ ਨੇ ਉਹ ਚਵਰ ਕਰਦੇ ਨੇ। ਇਹ ਤੇ ਹੋ ਰਹੀ ਹੈ। ਕੈਸੀ ਆਰਤੀ ਪਵਖੰਡਨਾ ਤੇਰੀ ਆਰਤੀ। ਇਹ ਤਾਂ ਬੰਦ ਹੀ ਨਹੀਂ ਹੁੰਦੀ ਕੋਈ ਨਹੀਂ, ਇਹਦਾ ਤਾਂ ਕੋਈ ਸਮਾਂ ਹੀ ਨਹੀਂ ਹੈ। 24 ਘੰਟੇ ਆਰਤੀ ਹੋ ਰਹੀ ਹੈ ਕੁਦਰਤ ਦੀ। ਇਹ ਤੋਂ ਵੱਡਾ ਕੁਦਰਤਵਾਦੀ ਕੌਣ ਹੋ ਸਕਦਾ? ਇਹ ਸਿਰ ਨੇਚਰ ਨੂੰ ਮੁਹੱਬਤ ਕਰੋ, ਨੇਚਰ ਨੂੰ ਪਿਆਰ ਕਰੋ। ਹੁਣ ਅੱਜ
सब तो बड़ा फिक्र सारे संसार का। अज असी जिस कलयुग विच रह रहे हैं, देखो कोई भी चीज़ शुद्ध नहीं है। ना तो मनुख के विचार शुद्ध ने, ना उहदा आचार शुद्ध है, ना उहदा विहार शुद्ध है, ना पानी शुद्ध है, ना हवा शुद्ध है, ना धरती शुद्ध है। असी सारा कुछ पल्यूट कर दिता है, सारा कुछ पल्यूट करता है, क्योंकि असी गुरु नानक नूं समझे ही नहीं। गुरु नानक साहब तो 525 साल पहला कह गए सी, पवन गुरु पानी पिता माता धरत महत, दिवस रात दोए दाई दाया, खेले सगल जगत। साइंस तो इंटरप्रेट कर रही है, डिकोड कर रही है गुरु नानक दे थीसिस नूं, गुरु नानक दी बाणी नूं। जो गुरु नानक ने डिसमिनेट किया इस मैसेज टू द एंटायर वर्ल्ड, उन्होंने साइंस इंटरप्रेट कर रही है। इट्स इंटरप्रिटेशन। हुण भी कहते हैं ना, जीवन जिथे पानी है उत्थे जीवन है, जे पानी नहीं तो जीवन नहीं है। दिन और रात मनुख दी विकास लई, मनुख दी प्रोग्रेशन दे लई, लाइफ दी प्रोग्रेशन दे लई बहुत अहम ने। दिन भी रात भी, सूरज चंद सारा कुछ। गुरु नानक साहब तो अज तो 525 साल पहला कह गए सारा कुछ, पर असी समझण की कोशिश नहीं की। असी सब कुछ जिहड़ा सी उसनूं पल्यूट कर दिता है। मेरा ख्याल हो गया जी। अच्छा लो हुण सम अप कर दें। मैं कहा सी ना बई गुरु नानक साहब नूं समझना, उन्हां दा जिक्र करना, ये कदे भी ना ख़त्म होने वाला एक बाब हैगा। इनू तुसीं कदे ख़त्म नहीं कर सकते। और अज जदों गुरु नानक साहब संसार विच आए, उदों भी बहुत वड्डा तनाव सी मुसलमानां और हिंदुआं विच। दो धर्म टकरा रहे सी आपस विच, दो विश्वास क्लैश कर रहे सी। इसे करके बार बार गुरु साहब ये कहते सी, ना हम हिंदू ना मुसलमान, क्योंकि दो धिरां सी। ते गुरु नानक तीजी धिर बन के सर्ज होए इस संसार विच। अज भी वही कुछ हो रहा है। 550 साल बाद भी टकराओ उत्थे दा उत्थे खड़ा। अज सिविलाइजेशनस का टकराव हो रहा है, धर्मां का टकराव हो रहा है, विश्वासां का टकराव हो रहा। मनुख इतना बट गया है मजहबां विच, धर्म विच, पखंड विच, कि मनुख लभण चलो घरों तो मनुख ही नहीं लभदा। दिल कहाँ, दर्द कहाँ और हम कहाँ। दिल कहाँ, दर्द कहाँ और हम कहाँ। ये वक्त हमें किस तरह तकसीम कर गया। टुकड़े टुकड़े हुए मनुख नूं अज जिन्नी गुरु नानक दी लोड़ है, वो शायद 550 साल पहला नहीं सी। गुरु ग्रंथ साहब साढ़े पास ने सारी विजडम जिहड़ी है दैट इज़ इम्बाइब्ड इन गुरु ग्रंथ साहब इन द फॉर्म ऑफ शब्द। हुण गुरु साहब बाबा फरीद गुरु साहब तो 300 साल पहला होए, 300 साल पहला 1179 और सो। गुरु साहब 1469 चाहते हैं। गुरु साहब पाकपटन जाते हैं। 11वां जिहड़ा सक्सैसर है बाबा फरीद का, वो गद्दी नशीं है शेख इब्राहिम। गुरु नानक साहब बाबा फरीद की दरगाह ते जाते हैं। शेख इब्राहिम नूं सुनेहा घलते हैं कि उसको आखो कि नानक फकीर दर्शनां की अभिलाषा लैके आया। काफ़ी देर इंतज़ार करवाई उन्हें, तो फिर बुलाए अंदर। वो गद्दी नशीन सी, महाराज दे नाल सी मरदाना, तो मरदाने को रबाब चुकी हुई सी। तो इब्राहिम, शेख इब्राहिम पुछदा, ये कौन सू? कहते ये मरदाना हाई, ये मरदाना हाई। तो की चुकिया सू रबाब नूं वाल इशारा करके। कहते ये रबाब हाई, ये की करेंदी है? कहते गांधी है, इकली गांधी है? कहते असा कि नाल गांधी है। कहता गावो फिर, गा के विखाओ। गुरु साहब ने अलाप दिता, मरदाने ने रबाब छेड़ी, एक शब्द गाया,
इब्राहिम दे सामने बैठ के। इब्राहिम गद्दी ते बैठा है। जदों शब्द समापन होया, इब्राहिम गद्दी तो उठ के अंदर चलिया गया, चिल्ले विच जाके फरीद जी दे दोड़े लियाया 5 ते गुरु नानक साहब दी झोली च पा के कहंदा इसनूं गावो। फिर गुरु साहब ने दोड़ा गाया, पहला दोड़ा गाया। जदों दोड़ा समाप्त होया, शेख इब्राहिम गद्दी तो हेठां उतर गया ते जदों 5 पूरे होए, खिसकदा खिसकदा गुरु महाराज दे चरनां च जा बैठिया। 5 दोड़े पढ़े, कहते बाबा तू ते कोई वड्डा फरीद है, वड्डा फरीद है, धन हो गए तेंडे दर्शन होए, तेंडी नज़र किवें उतारा, दस तेरा मान किवें करा। शेख इब्राहिम पुछदा। गुरु महाराज कहंदे असीं ते झोली पसार के आए हैं, फरीद दा सच साडी झोली पा दे, फरीद दा सच साडी झोली पा दे, जिन्ने दौड़े ने दे छड्ड। ते वो कहंदा मैं तां दौड़ियां दे सिर ते बैठा, मेरा बेड़ा पकाउण नवासी। कहंदे तेंडा बेड़ा पार हो गया, तू दे सानू। सारे दौड़े लै आए। हुण गुरु नानक साहब लैके आउंदे ने, 5वें पातशाह संपादना करते ने, और वो सारे दौड़े गुरु ग्रंथ साहब महाराज विच विराजमान हुंदे ने। और जदों फरीद दे दोड़े असीं अखंड पाठ के समय सवेरे पढ़ते हाँ, तो फरीद का सुनेहा, सूफियां का सुनेहा साडा महाराज का वजीर गुरु ग्रंथ साहब के ताबे बैठा सब नूं पढ़ के सुनाउंदा। फरीदा बेनमाजा कुत्तिया ये न भली रीत, कभी चल ना आयो पंजे वक्त मसीत। एक होर बड़ा प्यारा दोड़ा उन्हां दा, जे जाना तिल थोरड़े संभल बुक भरी, जे जाना शौ नडड़ा थोड़ा मान करे। इत्थे तिल ते शौ, तिल जिहड़े ने वो स्वासां दी पूंजी है, शौ जिंदगी है। जिंदगी नूं कम उम्र दी माशूक दे नाल तशबीह दिंदे ने, स्वासां नूं तिलां दी ढेरी नाल। जे जाना तिल थोरड़े संभल बुक भरी, जब पता ही नहीं है पूंजी किन्नी का, बोल किन्ना का स्वासां दा, संभल के जीव संभल के पैर तार। जे जाना शौ नडड़ा थोड़ा बाण करी। ये जिंदगी नडड़े शौ वर्गी है, पता नहीं कदों साथ छड़ जाना, इसलिए इहदे ते बहुता मान नहीं करना चाहिए। ये सारा सच जिहड़ा हैगा गुरु ग्रंथ साहब